ना को बैरी नहीं बिगाना, ना को बैरी नहीं बिगाना। सगल संग हमको बनियाई, ना को बैरी नहीं बिगाना। सगल संग हमको बनियाई। बिसर गई सब तात पुराई, जब ते साध संगत मोहे पाई। बिसर गई सब तात पुराई, जब ते साध संगत मोहे पाई। ना को बैरी नहीं बिगाना, सगल संग हमको बनियाई। ना को बैरी नहीं बिगाना, ना को बैरी नहीं बिगाना। सगल संग हमको बनियाई, ना को बैरी नहीं बिगाना। सगल संग हमको बनियाई। जो प्रभ कीनो सो पल मान्यो, इस मत साधु ते पाई। जो प्रभ कीनो सो पल मान्यो, इस मत साधु ते पाई। ना को बैरी नहीं बिगाना, ना को बैरी नहीं बिगाना। सगल संग हमको बनियाई। सब में रब रहया प्रभ एको, पेख पेख नानक बिगसाई। सब में रब रहया प्रभ एको, पेख पेख नानक बिगसाई। बिसर गई सब तात पुराई, जब ते साध संगत मोह पाई। ना को बैरी
नहीं बिगाना। सगल संग हमको बन्याई, हमको बन्याई। ना को बैरी नहीं बिगाना, ना को बैरी नहीं बिगाना। सगल संग हमको बन्याई, ना को बैरी नहीं बिगाना। वाहिगुरु जी। ਗੁਰੂ ਪਿਆਰੀ ਸਾਧ ਸੰਗਤ ਜੀਓ, ਹੁਣੇ ਹੀ ਆਪ ਜੀਆਂ ਨੇ ਕੀਰਤਨ ਦਾ ਸ਼ਬਦ ਸਰਵਣ ਕੀਤਾ ਹੈ ਜੀ। ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮਕੋ ਬਨ ਆਈ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 1299 ਅੰਗ ਤੇ ਸੁਸ਼ੋਭਿਤ ਹੈ ਜੀ। ਕਾਨੜਾ ਮਹੱਲਾ ਪੰਜਵਾਂ। ਕਾਨੜਾ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਇਹ ਪਵਿੱਤਰ ਸ਼ਬਦ ਆਪ ਜੀਆਂ ਨੇ ਕੀਰਤਨ ਦੁਆਰਾ ਸਰਵਣ ਕੀਤਾ ਹੈ ਜੀ। ਆਓ ਹੁਣ ਇਹਦੀਆਂ ਵਿਚਾਰਾਂ ਤੇ ਅਰਥਾਂ ਵੱਲ ਵਧੀਏ ਜੀ। ਬਿਸਰ ਗਈ ਸਭ ਤਾਤ ਪਰਾਈ। ਲਓ ਜੀ, ਇਹਦਾ ਅਰਥ ਇਹ ਆ ਕਿ ਤਦੋਂ ਤੋਂ ਦੂਜਿਆਂ ਦਾ ਸੁੱਖ ਦੇਖ ਕੇ ਅੰਦਰੇ ਅੰਦਰ ਸੜਨ ਦੀ ਸਾਰੀ ਆਦਤ ਭੁੱਲ ਗਈ ਹੈ ਜੀ। ਜਬ ਤੇ ਸਾਧ ਸੰਗਤ ਮੋਹੇ ਪਾਈ। ਰਹਾਉ, ਕਦੋਂ ਤੋਂ ਏਦਾਂ ਹੋਈ? ਜਦੋਂ ਤੋਂ ਮੈਂ ਗੁਰੂ ਦੀ ਸੰਗਤ ਪ੍ਰਾਪਤ ਕੀਤੀ ਹੈ ਜੀ। ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮਕੋ ਬਨਾਈ। ਹੁਣ ਮੈਨੂੰ ਕੋਈ ਬੈਰੀ ਨਹੀਂ ਦਿਸਦਾ, ਕੋਈ ਓਪਰਾ ਨਹੀਂ ਦਿਸਦਾ, ਸਭਨਾਂ ਨਾਲ ਮੇਰਾ ਪਿਆਰ ਬਣਿਆ ਹੋਇਆ ਹੈ ਜੀ। ਜੋ ਪ੍ਰਭ ਕੀਨੋ ਸੋ ਭਲ ਮਾਨਿਓ, ਇਹ ਸਮਤ ਸਾਧੂ ਤੇ ਪਾਈ। ਹੁਣ ਜੋ ਕੁਝ ਪਰਮਾਤਮਾ ਜੀ ਕਰਦਾ ਹੈ, ਮੈਂ ਉਸ ਨੂੰ ਸਭ ਜੀਵਾਂ ਲਈ ਭਲਾ ਹੀ ਮੰਨਦਾ ਹਾਂ। ਇਹ ਚੰਗੀ ਅਕਲ ਮੈਂ ਆਪਣੇ ਗੁਰੂ ਪਾਸੋਂ ਸਿੱਖੀ ਹੈ ਜੀ। ਲਓ ਜੀ, ਅਖੀਰਲੀ ਪੰਕਤੀ ਵਿੱਚ ਹੁਣ ਬਖਸ਼ਿਸ਼ ਕਰ ਰਹੇ ਨੇ ਜੀ। ਸਮਹਿ ਰਬ ਰਹਿਆ ਪ੍ਰਭ ਏਕੈ, ਪੇਖ ਪੇਖ ਨਾਨਕ ਬਿਗਸਾਈ। ਹੇ ਨਾਨਕ, ਆਖ ਜਦੋਂ ਤੋਂ ਸਾਧ ਸੰਗਤ ਮਿਲੀ ਹੈ, ਮੈਨੂੰ ਇਉਂ ਦਿਸਦਾ ਹੈ ਕਿ ਇੱਕ ਪਰਮਾਤਮਾ ਹੀ ਸਭ ਜੀਵਾਂ ਵਿੱਚ ਮੌਜੂਦ ਹੈ। ਤਾਈਂ ਸਭ ਨੂੰ ਦੇਖ ਦੇਖ ਕੇ ਮੈਂ ਖੁਸ਼ ਹੁੰਦਾ ਹਾਂ ਜੀ। ਲਓ ਜੀ, ਇੱਥੋਂ ਤੱਕ ਇਹ ਸ਼ਬਦ ਦੀਆਂ ਵਿਚਾਰਾਂ ਸੀ, ਅਰਥ ਸਨ ਜੀ। ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮਕੋ ਬਨ ਆਈ। ਹੁਣ ਆਓ ਅਗਲੇ ਸ਼ਬਦ ਦੇ ਕੀਰਤਨ ਵੱਲ ਵਧੀਏ ਜੀ। ਅਗਲੇ ਸ਼ਬਦ ਦਾ ਕੀਰਤਨ ਆਵੇਗਾ ਜੀ, ਮੋਰੀ ਰੁਣ ਝੁਣ ਲਾਇਆ। ਇਹ ਸ਼ਬਦ ਹੋਵੇਗਾ ਜੀ। ਸੋ ਇੱਥੇ ਹੀ ਸਮਾਪਤੀ ਹੈ ਜੀ। ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ। ਮੋਰੀ ਰੁਣ ਝੁਣ ਲਾਇਆ, ਪੈਣੀ ਸਾਵਣ ਆਇਆ, ਪੈਣੀ ਸਾਵਣ ਆਇਆ। ਤੇਰੇ ਮੁੰਦ ਕਟਾਰੇ ਜੇ ਵੱਡਾ ਤਿਨ, ਲੋਭੀ ਲੋਭ ਲੁਭਾਇਆ। ਤੇਰੇ ਦਰਸ਼ਨ ਵਿਟ ਹੋ ਖੰਨੀਏ ਬੰਜਾਂ, ਤੇਰੇ ਨਾਮ ਬਿਟੋ ਕੁਰਬਾਣੋ। ਜਾਂ ਤੂੰ ਤਾਂ ਮੈਂ ਮਾਣ ਕੀਆ ਹੈ, ਤੁਧ ਬਿਨ ਕਿਹਾ ਮੇਰਾ ਮਾਣੋ। ਚੂੜਾ ਪਨ ਪਲੰਗ ਸਿਉ ਮੁੰਦੇ, ਸਣ ਵਾਹੀ ਸਣ ਵਾਹ। ਏਤੇ ਵੇਸ ਕਰੇ ਦੀਏ ਮੁੰਦੇ, ਸੋਹਰਾ ਤੋ ਅਵਰਾ। ਨਾ ਮਨਿਆਰ ਨਾ ਚੂੜੀਆਂ, ਨਾ ਸੇ ਬੰਗੜੀਆਂ। ਜੋ ਸ਼ੈ ਕੰਠ ਨਾ ਲਗੀਆਂ, ਜਲਨ ਸੇ ਬਾਹੜੀਆਂ। ਪੈਣੀ ਸਾਵਣ ਆਇਆ, ਪੈਣੀ
ਸਾਵਣ ਆਇਆ। ਮੋਰੀ ਰੁਣ ਚੁਣ ਲਾਇਆ, ਭੈਣੀ ਸਾਵਣ ਆਇਆ, ਭੈਣੀ ਸਾਵਣ ਆਇਆ। ਸਭ ਸਹੀਆਂ ਛੋਹ ਰਾਵਣ ਗਈਆਂ, ਦਾਦੀ ਕੈ ਦਰ ਜਾਵਾਂ। ਅਮਲੀ ਹੋਂ ਖਰੀ ਸੁਚਜੀ, ਤੈ ਸ਼ੈ ਏਕ ਨ ਪਾਵਾਂ। ਮਾਠ ਗੁਦਾਈ ਪੱਟੀਆਂ, ਮੰਗ ਸੁੰਦੂਰੇ। ਮਾਠ ਗੁਦਾਈ ਪੱਟੀਆਂ, ਭਰੀਏ ਮੰਗ ਸੰਦੂਰੇ। ਅੱਗੇ ਗਈ ਨਾ ਮੰਨੀਆਂ, ਮਰੋ ਬਿਸੂਰ ਬਸੂਰੀਏ। ਮੈਂ ਰੋਵੰਦੀ ਸਭ ਜਗ ਰੁਨਾ, ਰੁਨੜੇ ਬਣੋ ਪਖੇਰੂ। ਇੱਕ ਨਾ ਰੁਨਾ ਮੇਰੇ ਤਨ ਕਾ ਬਿਰਹਾ, ਜਿਨ ਹੋ ਪਿਰੋਂ ਵਿਛੋੜੀ। ਸੁਪਨੇ ਆਇਆ ਪੀ ਗਿਆ, ਮੈਂ ਜਲ ਭਰਿਆ ਰੋਏ। ਆਏ ਨਾ ਸਕਾਂ ਤੁਝ ਕਨ ਪਿਆਰੇ, ਭੇਜ ਨਾ ਸਕਾਂ ਕੋਏ। ਭੈਣੀ ਸਾਵਣ ਆਇਆ, ਭੈਣੀ ਸਾਵਣ ਆਇਆ। ਮੋਰੀ ਰੁਣ ਚੁਣ ਲਾਇਆ, ਭੈਣੀ ਸਾਵਣ ਆਇਆ, ਭੈਣੀ ਸਾਵਣ ਆਇਆ। ਆਉਸ ਭਾਗੀ ਨੀਂਦੜੀਏ, ਮਤ ਛੋ ਦੇਖਾਂ ਸੋਏ। ਤੈਂ ਸਾਹਿਬ ਕੀ ਬਾਤ ਜੇ ਆਖੇ, ਕਹੋ ਨਾਨਕ ਕਿਆ ਦੀਜੈ। ਸੀਸ ਵੱਢੈ ਕਰ ਆਸਣ ਦੀਜੈ, ਬਿਨ ਸਿਰ ਸੇਵ ਕਰੀਜੈ। ਕਿਉ ਨਾ ਮਰੀਜੈ, ਜੀਅੜਾ ਨਾ ਦੀਜੈ। ਜਾਂ ਸੋ ਪਿਆ ਵਿਡਾਣਾ, ਭੈਣੀ ਸਾਵਣ ਆਇਆ, ਭੈਣੀ ਸਾਵਣ ਆਇਆ। ਮੋਰੀ ਰੁਣ ਚੁਣ ਲਾਇਆ, ਭੈਣੀ ਸਾਵਣ ਆਇਆ, ਭੈਣੀ ਸਾਵਣ ਆਇਆ। ਵਾਹਿਗੁਰੂ ਜੀ। ਹੁਣੇ ਹੀ ਆਪ ਜੀ ਨੇ ਕੀਰਤਨ ਦਾ ਸ਼ਬਦ ਸਰਵਣ ਕੀਤਾ ਹੈ ਜੀ। ਮੋਰੀ ਰੁਣ ਚੁਣ ਲਾਇਆ, ਭੈਣੇ ਸਾਵਣ ਆਇਆ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 557 ਅੰਗ 'ਤੇ ਸੁਸ਼ੋਭਿਤ ਹੈ ਜੀ। ਬਡਹੰਸ ਮਹੱਲਾ ਪਹਿਲਾ, ਘਰ ਦੂਜਾ।
ਇਹਦਾ ਅਰਥ ਆ ਕਿ ਬਡਹੰਸ ਰਾਗ ਦੇ ਵਿੱਚ ਘਰ ਦੂਜੇ ਦੇ ਵਿੱਚ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਚਾਰਨ ਕੀਤੀ ਇਹ ਪਾਵਨ ਪਵਿੱਤਰ ਬਾਣੀ, ਜਿਸ ਦਾ ਆਪ ਜੀਆਂ ਨੇ ਕੀਰਤਨ ਸਰਵਣ ਕੀਤਾ ਹੈ ਜੀ। ਆਓ ਹੁਣ ਇਹਦੀਆਂ ਵਿਚਾਰਾਂ ਤੇ ਅਰਥਾਂ ਵੱਲ ਵਧੀਏ ਜੀ। ਮੋਰੀ ਰੁਣ ਚੁਣ ਲਾਇਆ, ਭੈਣੇ ਸਾਵਣ ਆਇਆ। ਇਹ ਭੈਣ, ਮੋਹਰਾਂ ਨੇ ਮਿੱਠੇ ਗੀਤ ਸ਼ੁਰੂ ਕਰ ਦਿੱਤੇ ਹਨ, ਕਿਉਂਕਿ ਸਾਵਣ ਦਾ ਮਹੀਨਾ ਆ ਗਿਆ ਹੈ ਜੀ। ਤੇਰੇ ਮੁੰਦ ਕਟਾਰੇ ਜੇ ਵਡਾ, ਤਿਨ ਲੋਭੀ ਲੋਭ ਲੁਭਾਇਆ। ਮੈਂ ਜੀਵ ਇਸਤਰੀ ਵਾਸਤੇ ਇਹ ਕਟਾਰ ਦੀ ਫਾਹੀ ਹੈ, ਜਿਸ ਨੇ ਮੈਨੂੰ ਤੇਰੇ ਦੀਦਾਰ ਦੀ ਪ੍ਰੇਮਣ ਨੂੰ ਮੋਹ ਲਿਆ ਹੈ ਜੀ। ਤੇਰੇ ਦਰਸ਼ਨ ਬਿਟੋਂ ਖੰਨੀਏ ਵੰਜਾਂ, ਤੇਰੇ ਨਾਮ ਬਿਟੋਂ ਕੁਰਬਾਨੋ। ਹੇ ਪ੍ਰਭੂ ਜੀ, ਤੇਰੇ ਇਸ ਸੋਹਣੇ ਸਰੂਪ ਤੋਂ ਜੋ ਹੁਣ ਦਿਸ ਰਿਹਾ ਹੈ, ਮੈਂ ਸਦਕੇ ਹਾਂ ਤੇ ਮੈਂ ਤੇਰੇ ਨਾਮ ਤੋਂ ਕੁਰਬਾਨ ਹਾਂ ਜੀ। ਜਾਂ ਤੂੰ ਤਾਂ ਮੈਂ ਮਾਣ ਕੀਆ ਹੈ, ਤੁਧ ਬਿਨ ਕਿਹਾ ਮੇਰਾ ਮਾਣੋ। ਹੇ ਪ੍ਰਭੂ ਜੀ, ਇਸੇ ਕਰਕੇ ਤੂੰ ਦਿਸ ਰਿਹਾ ਹੈ, ਜੋ ਤੂੰ ਦਿਸ ਰਿਹਾ ਹੈ, ਮੈਂ ਮਾਣ ਹੌਸਲਾ ਕੀਤਾ ਹੈ। ਪਰ ਜੇ ਕੁਦਰਤ ਵਿੱਚ ਤੂੰ ਨਾ ਦੱਸੇ ਤਾਂ ਮੈਂ ਮਾਣ ਕਿਸ ਉੱਤੇ ਕਰਾਂ ਜੀ। ਚੂੜਾ ਭੰਨ ਪਲੰਘ ਸਿਉ ਮੁੰਦੇ, ਸਣ ਵਾਹੀ ਸਣ ਵਾਹਾ। ਪਲੰਘ ਨਾਲ ਮਾਰ ਕੇ ਆਪਣਾ ਚੂੜਾ ਭੰਨਦੇ, ਪਲੰਘ ਦੀਆਂ ਬਾਹੀਆਂ ਵੀ ਭੰਨਦੇ ਤੇ ਆਪਣੀਆਂ ਸਜਾਈਆਂ ਬਾਹਾਂ ਵੀ ਭੰਨਦੇ ਜੀ। ਇਤੇ ਬੇਸ ਕਰੇਂਦੀ ਏ ਮੁੰਦੇ, ਸਹੁਰਾ ਤੋਂ ਅਬਰਾਹਾ। ਹੇ ਇਤਨੇ ਸ਼ਿੰਗਾਰ ਕਰਦੀ ਏ ਨਾਰੇ, ਜੇ ਤੇਰਾ ਪਤੀ ਫਿਰ ਵੀ ਹੋਰਨਾਂ ਨਾਲ ਹੀ ਪਿਆਰ ਕਰਦਾ ਰਿਹਾ ਤਾਂ ਇਹਨਾਂ ਸ਼ਿੰਗਾਰਾਂ ਦਾ ਕੀ ਲਾਭ ਹੈ ਜੀ। ਨਾ ਮਨਿਆਰ ਨਾ ਚੂੜੀਆਂ, ਨਾ ਸੇ ਬੰਗੜੀਆਂ ਹਾਂ। ਕਿਉਂਕਿ ਨਾ ਇਹਨਾਂ ਬਾਹਾਂ ਨੂੰ ਸਜਾਉਣ ਵਾਲਾ ਮਨਿਆਰ ਹੀ ਤੇਰਾ ਕੁਝ ਸਵਾਰ ਸਕਿਆ, ਨਾ ਹੀ ਉਸ ਦੀਆਂ ਦਿੱਤੀਆਂ ਚੂੜੀਆਂ ਤੇ ਬੰਗਾਂ ਕਿਸੇ ਕੰਮ ਆਈਆਂ ਜੀ। ਜੋ ਸ਼ੈ ਕੰਠਨ ਲੱਗੀਆਂ, ਜਲਨ ਸੇ ਬਾਹੜੀਆਂ ਹਾਂ। ਸੜ ਜਾਣ ਉਹ ਸਜਾਈਆਂ ਬਾਹਾਂ ਜੋ ਖਸਮ ਦੇ ਗਲ ਨਾ ਲੱਗ ਸਕੀਆਂ ਜੀ। ਸਭ ਸਹੀਆਂ ਸ਼ੋ ਰਾਵਣ ਗਈਆਂ, ਹੋਂ ਦਾਦੀ ਕਹਿ ਦਰ ਜਾਵਾਂ। ਸਾਰੀਆਂ ਸਹੇਲੀਆਂ ਤਾਂ ਪ੍ਰਭੂ ਪਤੀ ਨੂੰ ਪ੍ਰਸੰਨ ਕਰਨ ਦੇ ਯਤਨ ਕਰ ਰਹੀਆਂ ਹਨ, ਤੇ ਮੈਂ ਸੜੇ ਕਰਮਾਂ ਵਾਲੀ ਕਿਸ ਦੇ ਦਰ ਤੇ ਜਾਵਾਂ ਜੀ। ਅਮਾਲੀ ਹੋਂ ਖਰੀ ਸੁਚੱਜੀ, ਤੈਂ ਸ਼ੈ ਏਕ ਨਾ ਪਾਵਾਂ। ਹੇ ਸਖੀ, ਮੈਂ ਆਪਣੇ ਵੱਲੋਂ ਤਾਂ ਬੜੀ ਚੰਗੀ ਕਰਤੂਤ ਵਾਲੀ ਬਣੀ ਬੈਠੀ ਹਾਂ, ਪਰ ਪ੍ਰਭੂ ਪਤੀ ਨੂੰ ਮੇਰਾ ਇੱਕ ਵੀ ਗੁਣ ਪਸੰਦ ਨਹੀਂ ਆਇਆ ਜੀ। ਮਾਠ ਗੁਦਾਈ ਪੱਟੀਆਂ, ਭਰੀਏ ਮੰਗ ਸੰਦੂਰੇ। ਮੈਂ ਸਵਾਰ ਕੇ ਪੱਟੀਆਂ ਗੁਦਾਂਦੀ ਹਾਂ, ਮੇਰੀਆਂ ਪੱਟੀਆਂ ਦੇ ਚੀਰ ਵਿੱਚ ਸੰਧੂਰ ਵੀ ਭਰਿਆ ਜਾਂਦਾ ਹੈ ਜੀ। ਅੱਗੇ ਗਈ ਨਾ ਮੰਨੀਆਂ, ਮਰੋਂ ਬਿਸੂਰ ਬਿਸੂਰੇ। ਪਰ ਤੇਰੀ ਹਜ਼ੂਰੀ ਵਿੱਚ ਮੈਂ ਫਿਰ ਵੀ ਪ੍ਰਵਾਨ ਨਹੀਂ ਹੋ ਰਹੀ, ਇਸ ਵਾਸਤੇ ਝੂਰ ਕੇ ਮਰ ਰਹੀ ਹਾਂ ਜੀ। ਮੈਂ ਰਵੰਦੀ ਸਭ ਜਗ ਰੁਨਾ, ਰੁਨੜੇ ਬਣੋ ਪੰਖੇਰੂ। ਮੈਂ ਇਤਨੀ ਦੁਖੀ ਹੋ ਰਹੀ ਹਾਂ ਕਿ ਸਾਰਾ ਜਗਤ ਮੇਰੇ ਉੱਤੇ ਤਰਸ ਕਰ ਰਿਹਾ ਹੈ। ਜੰਗਲ ਦੇ ਪੰਛੀ ਵੀ ਮੇਰੇ ਤੇ ਤਰਸ ਕਰ ਰਹੇ ਹਨ ਜੀ। ਇੱਕ ਨਾ ਰੁਨਾ ਮੇਰੇ ਤਨ ਕਾ ਬਿਰਹਾ, ਜਿਨਹੋਂ ਪਿਰਹੋਂ ਵਿਛੋੜੀ। ਸਿਰਫ ਇਹ ਮੇਰੇ ਅੰਦਰਲਾ ਵਿਛੋੜਾ ਹੀ ਹੈ ਜੋ ਤਰਸ ਨਹੀਂ ਕਰਦਾ। ਇਸੇ ਨੇ ਮੈਨੂੰ ਪ੍ਰਭੂ ਪਤੀ ਤੋਂ ਵਿਛੋੜਿਆ ਹੋਇਆ ਹੈ ਜੀ। ਸੁਪਨੇ ਆਇਆ ਪੀ ਗਿਆ, ਮੈਂ ਜਲ ਭਰਿਆ ਰੋਏ। ਮੈਨੂੰ ਤੂੰ ਸੁਪਨੇ ਵਿੱਚ ਮਿਲਿਆ, ਸੁਪਨਾ ਮੁੱਕਿਆ ਤੇ ਤੂੰ ਫਿਰ ਚਲਾ ਗਿਆ। ਵਿਛੋੜੇ ਦੇ ਦੁੱਖ ਵਿੱਚ ਮੈਂ ਹੰਝੂ ਭਰ ਕੇ ਰੋਈ ਜੀ। ਆਏ ਨਾ ਸਕਾਂ ਤੁਝ ਕੰਨ ਪਿਆਰੇ, ਭੇਜ ਨਾ ਸਕਾਂ ਕੋਏ। ਹੇ ਪਿਆਰੇ, ਮੈਂ ਨਿਮਾਣੀ ਤੇਰੇ ਪਾਸ ਅੱਪੜ ਨਹੀਂ ਸਕਦੀ, ਤੇ ਮੈਂ ਗਰੀਬ ਕਿਸੇ ਨੂੰ ਤੇਰੇ ਪਾਸ ਘੱਲ ਨਹੀਂ ਸਕਦੀ ਜੋ ਮੇਰੀ ਹਾਲਤ ਤੈਨੂੰ ਦੱਸੇ ਜੀ। ਆਓ ਸੁਭਾਗੀ ਨੀਂਦੜੀਐ, ਮਤ ਛੋ ਦੇਖਾਂ ਸੋਏ। ਨੀਂਦ ਅੱਗੇ ਹੀ ਤਰਲੇ ਕਰਦੀ ਹਾਂ ਕਿ ਹੇ ਭਾਗਾਂ ਵਾਲੀ ਸੋਹਣੀ ਨੀਂਦ, ਤੂੰ ਮੇਰੇ ਕੋਲ ਆ। ਸ਼ਾਇਦ ਤੇਰੀ ਰਾਹੀਂ ਹੀ ਮੈਂ ਆਪਣੇ ਖਸਮ ਪ੍ਰਭੂ ਦਾ ਦੀਦਾਰ ਕਰ ਸਕਾਂ ਜੀ। ਤੈਂ ਸਾਹਿਬ ਕੀ ਬਾਤ ਜੇ ਆਖੈ, ਕਹੋ ਨਾਨਕ ਕਿਆ ਦੀਜੈ। ਨਾਨਕ ਆਖਦਾ ਹੈ ਕਿ ਜੇ ਕੋਈ ਗੁਰਮੁਖ ਮੈਨੂੰ ਤੇਰੀ ਕੋਈ ਗੱਲ ਸੁਣਾਵੇ ਤਾਂ ਮੈਂ ਉਸ ਅੱਗੇ ਕਿਹੜੀ ਭੇਟ ਧਰਾਂ ਜੀ।
ਸੀਸ ਵੱਢੈ ਕਰ ਬੈਸਣ ਦੀਜੈ, ਬਿਨ ਸਿਰ ਸੇਵ ਕਰੀਜੈ। ਆਪਣਾ ਸਿਰ ਵੱਢ ਕੇ ਮੈਂ ਉਸ ਦੇ ਬੈਠਣ ਲਈ ਆਸਣ ਬਣਾ ਦਿਆਂ, ਭਾਵ ਆਪਾ ਭਾਵ ਦੂਰ ਕਰਕੇ ਮੈਂ ਉਸ ਦੀ ਸੇਵਾ ਕਰਾਂ ਜੀ। ਲਓ ਜੀ, ਅਖੀਰਲੀ ਪੰਕਤੀ ਵਿੱਚ ਹੁਣ ਬਖਸ਼ਿਸ਼ ਕਰ ਰਹੇ ਨੇ ਜੀ। ਕਿਉਂ ਨਾ ਮਰੀਜੈ ਜੀਅੜਾ ਨਾ ਦੀਜੈ, ਜਾਂ ਸ਼ੋ ਭਿਆ ਬਿਡਾਣਾ। ਜਦੋਂ ਸਾਡਾ ਪ੍ਰਭੂ ਪਤੀ ਸਾਥੋਂ ਓਪਰਾ ਹੋ ਜਾਏ ਤਾਂ ਅਸੀਂ ਆਪਾ ਭਾਵ ਕਿਉਂ ਨਾ ਮਾਰ ਦਈਏ ਅਤੇ ਆਪਣੀ ਜਿੰਦ ਉਸ ਦੇ ਸਦਕੇ ਕਰ ਦਈਏ ਜੀ। ਸੋ ਇੱਥੇ ਤੱਕ ਇਹ ਸ਼ਬਦ ਦੀਆਂ ਵਿਚਾਰਾਂ ਸਨ ਜੀ। ਅਰਥ ਸਨ ਜੀ, ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣ ਆਇਆ। ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੈ ਪਾਵਨ ਪਵਿੱਤਰ ਸ਼ਬਦ ਦੇ ਅਰਥ ਆਪ ਜੀਆਂ ਨੇ ਸਰਵਣ ਕੀਤੇ ਸਨ ਜੀ। ਹੁਣ ਆਓ ਅਗਲੇ ਸ਼ਬਦ ਦੇ ਕੀਰਤਨ ਵੱਲ ਵਧੀਏ ਜੀ। ਅਗਲੇ ਸ਼ਬਦ ਦਾ ਕੀਰਤਨ ਆਵੇਗਾ ਜੀ, ਨਹੀਂ ਛੋਡੋ ਰੇ ਬਾਬਾ ਰਾਮ ਨਾਮ। ਇਹ ਸ਼ਬਦ ਹੋਵੇਗਾ ਜੀ। ਸੋ ਇੱਥੇ ਸਮਾਪਤੀ ਜੀ। ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ। ਨਹੀਂ ਛੋਡੂ ਰੇ ਬਾਬਾ ਰਾਮ ਨਾਮ मेरो, और पढ़न स्यो नहीं काम मेरो, और पढ़न स्यो नहीं काम। प्रहलाद पठाए पढ़न साल, संग सखा बोलिए बाल। मोको कहाँ पड़ाव सियाल जाल, मेरी पट्टिया लिख दे हो श्री गोपाल। मेरी पट्टिया लिख दे हो श्री गोपाल। नहीं छोड़ू रे बाबा राम नाम मेरो, और पढ़न स्यो नहीं काम। संडे मर के हो जाए, प्रहलाद बुलाए बेगताए। तू राम कहन की छोड़ बान, तुझ तुरत छुड़ाऊं मेरो कहो मान। मोको कहाँ सतावो बार बार, प्रभ जल थल गिर किए पहाड़। एक राम न छोड़ू गुरेगार, मोको काल जार पावे मार डार। मोको काल जार पावे मार डार। छोड़ू रे बाबा राम नाम मेरो, और पढ़न स्यो नहीं काम मेरो, और पढ़न स्यो नहीं काम। काढ़ खड़ग को प्योर साए, तुझ राखन हारो मोहे बताए। प्रभ थम ते निक से कै विस्तार, हर
ਨਾਖਸ਼ ਛੇਦਿਓ ਨਖ ਬੇਦਾਰ, ਹਰ ਨਾਖਸ਼ ਛੇਦਿਓ ਨਖ ਬੇਦਾਰ। ਨਹੀਂ ਛੋਡੂ ਰੇ ਬਾਬਾ ਰਾਮ ਨਾਮ मेरो, और पढ़न स्यों नहीं काम। ओए परम पुरख दिवाद देव, भगत हेत नर संग पेव। कह कबीर को लखे न पार, प्रहलाद उधारे अनेक बार। प्रहलाद उधारे अनेक बार। नहीं छोडू रे बाबा राम नाम, मेरी और पढ़न स्यों नहीं काम मेरो। और पढ़न स्यों नहीं काम मेरो। और पढ़न स्यों नहीं काम। वाहिगुरु जी। ਹੁਣੇ ਹੀ ਆਪ ਜੀਆਂ ਨੇ ਕੀਰਤਨ ਦਾ ਸ਼ਬਦ ਸਰਵਣ ਕੀਤਾ ਹੈ ਜੀ। ਨਹੀਂ ਛੋਡੂ ਰੇ ਬਾਬਾ ਰਾਮ ਨਾਮ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 1194 ਅੰਗ ਤੇ ਸੁਸ਼ੋਭਿਤ ਹੈ ਜੀ। ਬਸੰਤ ਭਗਤ ਕਬੀਰ ਜੀ, ਬਸੰਤ ਰਾਗ ਦੇ ਵਿੱਚ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਵਿੱਤਰ ਸ਼ਬਦ ਆਪ ਜੀਆਂ ਨੇ ਕੀਰਤਨ ਦੁਆਰਾ ਸਰਵਣ ਕੀਤਾ ਹੈ ਜੀ। ਆਓ ਹੁਣ ਇਹਦੀਆਂ ਵਿਚਾਰਾਂ ਤੇ ਅਰਥਾਂ ਵੱਲ ਵਧੀਏ ਜੀ। ਪ੍ਰਹਿਲਾਦ ਪਠਾਏ ਪੜਨ ਸਾਲ, ਪ੍ਰਹਿਲਾਦ ਨੂੰ ਉਸਦੇ ਪਿਓ ਹਰਨਾਕਸ਼ ਨੇ ਪਾਠਸ਼ਾਲਾ ਵਿੱਚ ਪੜ੍ਹਨ ਘੱਲਿਆ ਜੀ। ਸੰਗ ਸਖਾ ਬੋਲੀਏ ਬਾਲ, ਪ੍ਰਹਿਲਾਦ ਨੇ ਆਪਣੇ ਨਾਲ ਕਈ ਬਾਲਕ ਸਾਥੀ ਲੈ ਲਏ ਜੀ। ਮੋਕੋ ਕਹਾਂ ਪੜਾਵਸ ਆਲ ਜਾਲ, ਜਦੋਂ ਪੰਨ ਦਾ ਕੁਝ ਹੋਰ ਉਲਟ ਪੁਲਟ ਪੜ੍ਹਾਉਣ ਲੱਗਾ ਤਾਂ ਪ੍ਰਹਿਲਾਦ ਨੇ ਆਖਿਆ, ਇਹ ਬਾਬਾ ਮੈਨੂੰ ਊਲ ਜਲੂਲ ਕਿਉਂ ਪੜ੍ਹਾਉਂਦੇ ਹੋ ਜੀ। ਮੇਰੀ ਪੱਟੀਆਂ ਲਿਖਦੇ ਹੋ ਸ੍ਰੀ ਗੋਪਾਲ। ਮੇਰੀ ਇਸ ਨਿੱਕੀ ਜਿਹੀ ਫੱਟੀ ਦੇ ਉੱਤੇ ਸ੍ਰੀ ਗੋਪਾਲ ਲਿਖਦੇ ਜੀ। ਨਹੀਂ ਛੋਡੂ ਰੇ ਬਾਬਾ ਰਾਮ ਨਾਮ, ਹੇ ਬਾਬਾ ਮੈਂ ਪਰਮਾਤਮਾ ਦਾ ਨਾਮ ਸਿਮਰਨਾ ਨਹੀਂ ਛੱਡਾਂਗਾ ਜੀ। ਮੇਰੋ ਔਰ ਪੜਨ ਸਿਓ ਨਹੀਂ ਕਾਮ ਰਹਾਓ, ਨਾਮ ਤੋਂ ਬਿਨਾਂ ਕੋਈ ਹੋਰ ਗੱਲ ਪੜ੍ਹਨ ਨਾਲ ਮੇਰਾ ਕੋਈ ਵਾਸਤਾ ਨਹੀਂ ਹੈ ਜੀ। ਸੰਡੇ ਮਰ ਕੇ ਕਹਿਓ ਜਾਏ, ਪ੍ਰਹਿਲਾਦ ਜੀ ਦੇ ਅਧਿਆਪਕ ਸੰਡੇ ਮਰ ਕੇ ਅੰਮ੍ਰਿਤ ਨੇ ਜਾ ਕੇ ਹਰਨਾਕਸ਼ ਨੂੰ ਇਹ ਗੱਲ ਕਹਿ ਦਿੱਤੀ ਜੀ। ਪ੍ਰਹਿਲਾਦ ਬੁਲਾਏ ਬੇਗ ਧਾਏ, ਉਸਨੇ ਛੇਤੀ ਨਾਲ ਪ੍ਰਹਿਲਾਦ ਨੂੰ ਸੱਦਾ ਘੱਲਿਆ ਜੀ। ਤੂੰ ਰਾਮ ਕਹਿਣ ਕੀ ਛੋੜ ਬਾਨ, ਪਾਂਧੇ ਨੇ ਪ੍ਰਹਿਲਾਦ ਨੂੰ ਸਮਝਾਇਆ ਤੂੰ ਪਰਮਾਤਮਾ ਜੀ ਦਾ ਨਾਮ ਸਿਮਰਨ ਦੀ ਆਦਤ ਛੱਡ ਦੇ ਜੀ। ਤੁਝ ਤੁਰਤ ਛਡਾਊਂ ਮੇਰੋ ਕਹਿਓ ਮਾਨ, ਮੇਰਾ ਆਖਿਆ ਮੰਨ ਲੈ ਮੈਂ ਤੈਨੂੰ ਤੁਰਤ ਛਡਾ ਲਵਾਂਗਾ ਜੀ। ਮੋਕੋ ਕਹਾਂ ਸਤਾਵੋ ਬਾਰ ਬਾਰ, ਪ੍ਰਹਿਲਾਦ ਜੀ ਨੇ ਉੱਤਰ ਦਿੱਤਾ ਇਹ ਗੱਲ ਆਖ ਕੇ ਕਿ ਮੈਨੂੰ ਮੁੜ ਮੁੜ ਕਿਉਂ ਮਜਬੂਰ ਕਰਦੇ ਹੋ ਜੀ। ਪ੍ਰਭ ਜਲ ਥਲ ਗਿਰ ਕੀਏ ਪਹਾੜ, ਜਿਸ ਪ੍ਰਭੂ ਜੀ ਨੇ ਪਾਣੀ ਧਰਤੀ ਪਹਾੜ ਆਦਿਕ ਸਾਰੀ ਸ੍ਰਿਸ਼ਟੀ ਬਣਾਈ ਹੈ, ਮੈਂ ਉਸ ਰਾਮ ਨੂੰ ਸਿਮਰਨਾ ਨਹੀਂ ਛੱਡਾਂਗਾ ਜੀ। ਇੱਕ ਰਾਮ ਨਾ ਛੋਡੂ ਗੁਰੇਗਾਰ, ਉਸ ਨੂੰ ਛੱਡਿਆ ਮੇਰੇ ਗੁਰੂ ਨੂੰ ਗਾਲ ਲੱਗਦੀ ਹੈ, ਭਾਵ ਮੇਰੇ ਗੁਰੂ ਦੀ ਬਦਨਾਮੀ ਹੁੰਦੀ ਹੈ ਜੀ। ਮੋਕੋ ਘਾਲ ਜਾਰ ਭਾਵੇਂ ਮਾਰ ਡਾਰ, ਮੈਨੂੰ ਚਾਹੇ ਸਾੜ ਵੀ ਦੇ ਚਾਹੇ ਮਾਰ ਦੇ ਪਰ ਨਾਮ ਨਹੀਂ ਛੱਡਾਂਗਾ ਜੀ। ਕਾਢ ਖੜਗ ਕੋਪਿਓ ਰਸਾਏ, ਹਰਨਾਕਸ਼ ਖਿੱਚ ਕੇ ਕ੍ਰੋਧ ਵਿੱਚ ਆਇਆ, ਤਲਵਾਰ ਮਿਆਨੋਂ ਕੱਢ ਕੇ ਆਖਣ ਲੱਗਾ ਜੀ। ਤੁਝ ਰਾਖਣ ਹਾਰੋ ਮੋਹੇ ਬਤਾਏ,
ਮੈਨੂੰ ਉਹ ਦੱਸ ਜੋ ਤੈਨੂੰ ਬਚਾਉਣ ਵਾਲਾ ਹੈ ਜੀ। ਪ੍ਰਭ ਥੰਮ ਤੇ ਨਿਕਸੇ ਕੈ ਵਿਸਥਾਰ। ਪ੍ਰਭੂ ਜੀ ਭਿਆਨਕ ਰੂਪ ਧਾਰ ਕੇ ਥੰਮ ਵਿੱਚੋਂ ਨਿਕਲ ਆਇਆ ਜੀ। ਹਰਨਾਕਸ਼ ਛੇਦਿਓ ਨਖੇ ਵਿਦਾਰ, ਤੇ ਉਸਨੇ ਆਪਣੇ ਨੋਹਾਂ ਨਾਲ ਚੀਰ ਕੇ ਹਰਨਾਕਸ਼ ਨੂੰ ਮਾਰ ਦਿੱਤਾ ਜੀ। ਓਏ ਪਰਮ ਪੁਰਖ ਦੇ ਬਾਦ ਦੇਵ। ਪ੍ਰਭੂ ਜੀ ਪਰਮ ਪੁਰਖ ਹਨ, ਦੇਵਤਿਆਂ ਦੇ ਵੀ ਵੱਡੇ ਦੇਵਤੇ ਹਨ ਜੀ। ਭਗਤ ਹੇਤ ਨਰਸਿੰਘ ਭੀਵ। ਪ੍ਰਹਿਲਾਦ ਜੀ ਦੀ ਭਗਤੀ ਨਾਲ ਪਿਆਰ ਕਰਕੇ ਪ੍ਰਭੂ ਜੀ ਨੇ ਨਰਸਿੰਘ ਰੂਪ ਧਾਰਿਆ ਜੀ। ਕਹਿ ਕਬੀਰ ਕੋ ਲਖੇ ਨਾ ਪਾਰ। ਕਬੀਰ ਆਖਦਾ ਹੈ ਕਿ ਕੋਈ ਜੀਵ ਉਸ ਪ੍ਰਭੂ ਜੀ ਦੀ ਤਾਕਤ ਦਾ ਅੰਤ ਨਹੀਂ ਪਾ ਸਕਦਾ ਜੀ। ਲਓ ਜੀ, ਹੁਣ ਅਖੀਰਲੀ ਪੰਕਤੀ ਵਿੱਚ ਕਬੀਰ ਸਾਹਿਬ ਬਖਸ਼ਿਸ਼ ਕਰਦੇ ਨੇ ਜੀ। ਪ੍ਰਹਿਲਾਦ ਉਧਾਰੇ ਅਨੇਕ ਵਾਰ। ਜਿਸ ਨੇ ਪ੍ਰਹਿਲਾਦ ਨੂੰ ਅਨੇਕਾਂ ਕਸ਼ਟਾਂ ਤੋਂ ਬਚਾਇਆ ਹੈ ਜੀ। ਲਓ ਜੀ, ਇੱਥੋਂ ਤੱਕ ਇਹ ਸ਼ਬਦ ਦੀਆਂ ਵਿਚਾਰਾਂ ਸੀ, ਅਰਥ ਸੀ ਜੀ। ਨਹੀਂ ਛੋਡੂ ਰੇ ਬਾਬਾ ਰਾਮ ਨਾਮ, ਮੇਰੋ ਔਰ ਪੜ੍ਹਨ ਸਿਓ ਨਹੀਂ ਕਾਮ ਰਹਾਓ। ਸੋ ਇੱਥੇ ਦੀਆਂ ਵਿਚਾਰਾਂ ਸਮਾਪਤ ਹੁੰਦੀਆਂ ਜੀ। ਹੁਣ ਆਓ ਅਗਲੇ ਸ਼ਬਦ ਦੇ ਕੀਰਤਨ ਵੱਲ ਵਧੀਏ ਜੀ। ਅਗਲੇ ਸ਼ਬਦ ਦਾ ਕੀਰਤਨ ਆਵੇਗਾ ਜੀ, ਰੇ ਨਰ ਇਹ ਸਾਚੀ ਜੀ ਧਾਰ। ਇਹ ਸ਼ਬਦ ਹੋਵੇਗਾ ਜੀ। ਸੋ ਇੱਥੇ ਸਮਾਪਤੀ ਜੀ। ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ। ਰੇ ਨਰ ਇਹ ਸਾਚੀ ਜੀ ਧਾਰ। ਸਗਲ ਜਗਤ ਹੈ ਜੈਸੇ ਸੁਪਨਾ, ਬਿਨਸਤ ਲਗਤ ਨ ਬਾਰ। ਬਿਨਸਤ ਲਗਤ ਨ ਬਾਰ। ਰੇ ਨਰ ਇਹ ਸਾਚੀ ਜੀ ਧਾਰ। ਰੇ ਨਰ ਇਹ ਸਾਚੀ ਜੀ ਧਾਰ। ਸਗਲ ਜਗਤ ਹੈ ਜੈਸੇ ਸੁਪਨਾ, ਬਿਨਸਤ ਲਗਤ ਨ ਬਾਰ। ਰੇ ਨਰ ਇਹ ਸਾਚੀ ਜੀ ਧਾਰ। बारू भीत बनाई रच पच, रहत नहीं दिन चार। बारू भीत बनाई रच पच, रहत नहीं दिन चार। कैसे ही सुख माया के उर्ज्यो कहाँ गवार। तैसे ही सुख माया के उर्ज्यो कहाँ गवार। ये नर ये साची जी धार।
अजहूँ समझ कछ बिगड़ियो नाहिन, अजहूँ समझ कछ बिगड़ियो नाहिन, भज ले नाम मुरार। अजहूँ समझ कछ बिगड़ियो नाहिन, भज ले नाम मुरार। कहो नानक निज मत साधन को, पाखियो तोहे पुकार। रे नर ए साची जी धार, रे नर ए साची जी धार। सगल जगत है जैसे सुपना, बिनसत लागत न बार। रे नर ए साची जी धार, रे नर ए साची जी धार। वाहिगुरु जी। ਹੁਣੇ ਹੀ ਆਪ ਜੀ ਨੇ ਕੀਰਤਨ ਦਾ ਸ਼ਬਦ ਸਰਵਣ ਕੀਤਾ ਹੈ ਜੀ। ਰੇ ਨਰ ਇਹ ਸਾਚੀ ਜੀ ਧਾਰ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 633 ਅੰਗ ਤੇ ਸੁਸ਼ੋਭਿਤ ਹੈ ਜੀ। ਸੋਰਠ ਮਹੱਲਾ 9ਵਾਂ ਸੋਰਠ ਰਾਗ ਵਿੱਚ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਵਿੱਤਰ ਸ਼ਬਦ ਆਪ ਜੀਆਂ ਨੇ ਕੀਰਤਨ ਦੁਆਰਾ ਸਰਵਣ ਕੀਤਾ ਹੈ ਜੀ। ਆਓ ਹੁਣ ਇਹਦੀਆਂ ਵਿਚਾਰਾਂ ਤੇ ਅਰਥਾਂ ਵੱਲ ਵਧੀਏ ਜੀ। ਰੇ ਨਰ ਇਹ ਸਾਚੀ ਜੀ ਧਾਰ। ਹੇ ਮਨੁੱਖ, ਆਪਣੇ ਦਿਲ ਵਿੱਚ ਇਹ ਪੱਕੀ ਗੱਲ ਟਿਕਾ ਲੈ ਜੀ। ਸਗਲ ਜਗਤ ਹੈ ਜੈਸੇ ਸੁਪਨਾ, ਬਿਨਸਤ ਲਗਤ ਨਾ ਬਾਰ। ਰਹਾਓ ਕਿ ਸਾਰਾ ਸੰਸਾਰ ਸੁਪਨੇ ਵਰਗਾ ਹੈ, ਇਸ ਦੇ ਨਾਸ ਹੁੰਦਿਆਂ ਚਿਰ ਨਹੀਂ ਲੱਗਦਾ ਜੀ। ਬਾਰੂ ਭੀਤ ਬਨਾਈ ਰਚ ਪਚ, ਰਹਿਤ ਨਹੀਂ ਦਿਨ ਚਾਰ। ਹੇ ਭਾਈ, ਜਿਵੇਂ ਕਿਸੇ ਨੇ ਰੇਤ ਦੀ ਕੰਧ ਉਸਾਰ ਕੇ ਪੋਚ ਕੇ ਤਿਆਰ ਕੀਤੀ ਹੋਵੇ, ਪਰ ਉਹ ਕੰਧ 4 ਦਿਨ ਵੀ ਟਿਕੀ ਨਹੀਂ ਰਹਿੰਦੀ ਜੀ। ਤੈਸੇ ਹੀ ਇਹ ਸੁਖ ਮਾਇਆ ਕੇ ਉਰ ਜੋ ਕਹਾਂ ਗਵਾਰ। ਇਸ ਮਾਇਆ ਦੇ ਸੁੱਖ ਵੀ ਉਸ ਰੇਤ ਦੀ ਕੰਧ ਵਰਗੇ ਹੀ ਹਨ। ਹੇ ਮੂਰਖ, ਤੂੰ ਇਹਨਾਂ ਸੁੱਖਾਂ ਵਿੱਚ ਕਿਉਂ ਮਸਤ ਹੋ ਰਿਹਾ ਹੈ ਜੀ। ਅਜਹੂੰ ਸਮਝ ਕਛ ਬਿਗੜਿਓ ਨਾਹਿਨ, ਭਜ ਲੈ ਨਾਮ ਮੁਰਾਰ। ਹੇ ਭਾਈ, ਅਜੇ ਵੀ ਸਮਝ ਜਾ, ਅਜੇ ਕੁਝ ਵਿਗੜਿਆ ਨਹੀਂ ਤੇ ਪਰਮਾਤਮਾ ਜੀ ਦਾ ਨਾਮ ਸਿਮਰਿਆ ਕਰ ਜੀ। ਹੁਣ ਅਖੀਰਲੀ ਪੰਕਤੀ ਵਿੱਚ ਬਖਸ਼ਿਸ਼ ਕਰ ਰਹੇ ਨੇ ਜੀ। ਕਹੋ ਨਾਨਕ ਨਿਜ ਮਤ ਸਾਧਨ ਕੋ, ਭਾਖਿਓ ਤੋਹੇ ਪੁਕਾਰ। ਹੇ ਨਾਨਕ, ਮੈਂ ਤੈਨੂੰ ਗੁਰਮੁਖਾਂ ਦਾ ਇਹ ਨਿੱਜੀ ਖਿਆਲ ਪੁਕਾਰ ਕੇ ਸੁਣਾ ਰਿਹਾ ਹਾਂ ਜੀ। ਲੋ ਜੀ, ਇੱਥੋਂ ਤੱਕ ਇਹ ਸ਼ਬਦ ਦੀ ਵਿਚਾਰ ਸੀ, ਅਰਥ ਸੀ ਜੀ। ਰੇ ਮਨ ਇਹ ਸਾਚੀ ਜੀ ਧਾਰ, ਸਗਲ ਜਗਤ ਹੈ ਜੈਸੇ ਸੁਪਨਾ, ਬਿਨਸਤ ਲਗਤ ਨਾ ਬਾਰ। ਰਹਾਓ। ਸੋ ਇਸ ਦੀ ਵਿਚਾਰ ਇੱਥੇ ਸਮਾਪਤ ਹੁੰਦੀ ਹੈ, ਅਰਥ ਸਮਾਪਤ ਹੁੰਦੇ ਹਨ। ਆਓ ਹੁਣ ਅਗਲੇ ਸ਼ਬਦ ਦੇ ਕੀਰਤਨ ਵੱਲ ਵਧੀਏ ਜੀ। ਅਗਲੇ ਸ਼ਬਦ ਦਾ ਕੀਰਤਨ ਆਵੇਗਾ ਜੀ, ਆਪਣੇ ਕਰਮ ਕੀ ਗਤ ਮੈਂ ਕਿਆ ਜਾਣੂ। ਇਹ ਸ਼ਬਦ ਹੋਵੇਗਾ ਜੀ। ਸੋ ਇੱਥੇ ਸਮਾਪਤੀ ਜੀ। ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ। ਕਰਮ ਕੀ ਗਤ ਮੈਂ ਕਿਆ ਜਾਣੂ, ਮੈਂ ਕਿਆ ਜਾਣੂ ਬਾਬਾ ਰੇ ਆਪਣੇ। ਕਰਮ ਕੀ ਗਤ ਮੈਂ ਕਿਆ ਜਾਣੂ, ਮੈਂ ਕਿਆ ਜਾਣੂ ਬਾਬਾ ਰੇ। ਮੈਂ ਕਿਆ ਜਾਣੂ ਬਾਬਾ ਰੇ, ਮੈਂ ਕਿਆ ਜਾਣੂ ਬਾਬਾ ਰੇ ਆਪਣੇ। ਕਰਮ ਕੀ ਗਤ ਮੈਂ ਕਿਆ ਜਾਣੂ, ਮੈਂ ਕਿਆ ਜਾਣੂ ਬਾਬਾ ਰੇ। ਨਰੂ ਮਰੇ ਨਰ
काम न आवे, पछु मरे 10 काज सवारे। नरु मरे नर काम न आवे, पछु मरे 10 काज सवारे। पछु मरे 10 काज सवारे, पछु मरे 10 काज सवारे। अपने कर्म की गत मैं क्या जानूं, मैं क्या जानूं बाबा रे। हाड जले जैसे लकड़ी का तूला, केस जले जैसे घास का पूला। हाड जले जैसे लकड़ी का तूला, केस जले जैसे घास का पूला। हाड जले जैसे लकड़ी का तूला, केस जले जैसे घास का पूला। हाड जले जैसे लकड़ी का तूला, केस जले जैसे घास का फूला। केस जले जैसे घास का फूला। अपने कर्म की गत मैं क्या जानूं, मैं क्या जानूं बाबा रे। अपने कर्म की गत मैं क्या जानूं, मैं क्या जानूं बाबा रे। कहो कबीर तब ही नर जागे, जम का दंड मूंड में लागे। कहो कबीर तब ही नर जागे, जम का दंड मूंड में लागे। जम का दंड मूंड में लगे। अपने कर्म की गत मैं क्या जानूं, मैं क्या जानूं बाबा रे। मैं क्या जानूं बाबा रे, मैं क्या जानूं बाबा रे। अपने कर्म की गत मैं क्या जानूं, मैं क्या जानूं बाबा रे। वाहिगुरु जी। ਹੁਣੇ ਹੀ ਆਪ ਜੀਆਂ ਨੇ ਕੀਰਤਨ ਦਾ ਸ਼ਬਦ ਸਰਵਣ ਕੀਤਾ ਹੈ ਜੀ। ਆਪਣੇ ਕਰਮ ਕੀ ਗਤ ਮੈਂ ਕਿਆ ਜਾਣੂ, ਮੈਂ ਕਿਆ ਜਾਣੂ ਬਾਬਾ ਰੇ। ਰਹਾਓ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ
870 ਅੰਕ ਤੇ ਸ਼ਿਸ਼ੋਭਤ ਹੈ ਜੀ। ਗੌਂਡ ਭਗਤ ਕਬੀਰ ਜੀ। ਭਗਤ ਕਬੀਰ ਜੀ ਦਾ ਗੌਂਡ ਰਾਗ ਦੇ ਵਿੱਚ ਇਹ ਸ਼ਬਦ ਉਚਾਰਨ ਕੀਤਾ ਹੋਇਆ ਆਪ ਜੀ ਨੇ ਕੀਰਤਨ ਦੁਆਰਾ ਸਰਵਣ ਕੀਤਾ ਹੈ ਜੀ। ਆਓ ਹੁਣ ਇਹਦੇ ਅਰਥਾਂ ਤੇ ਵਿਚਾਰਾਂ ਵੱਲ ਵਧੀਏ ਜੀ। ਗੌਂਡ ਨਰੂ ਮਰੇ ਨਰ ਕਾਮ ਨਾ ਆਵੈ। ਮੈਨੂੰ ਕਦੇ ਸੋਚ ਹੀ ਨਹੀਂ ਫੁਰਦੀ ਕਿ ਮੈਂ ਕਿਸ ਸਰੀਰ ਤੇ ਮਾਣ ਕਰਕੇ ਮੰਦੇ ਕੰਮ ਕਰਦਾ ਰਹਿੰਦਾ ਹਾਂ। ਮੇਰਾ ਅਸਲਾ ਤਾਂ ਇਹੀ ਹੈ ਨਾ ਕਿ ਜਦੋਂ ਮਨੁੱਖ ਮਰ ਜਾਂਦਾ ਹੈ ਤਾਂ ਮਨੁੱਖ ਦਾ ਸਰੀਰ ਕਿਸੇ ਕੰਮ ਨਹੀਂ ਆਉਂਦਾ ਜੀ। ਪਸ਼ੂ ਮਰੈ 10 ਕਾਜ ਸਵਾਰੈ। ਪਰ ਪਸ਼ੂ ਮਰਦਾ ਹੈ ਤਾਂ ਫਿਰ ਵੀ ਉਸਦਾ ਸਰੀਰ ਮਨੁੱਖ ਦੇ ਕਈ ਕੰਮ ਸਵਾਰਦਾ ਹੈ ਜੀ। ਆਪਣੇ ਕਰਮ ਕੀ ਗਤ ਮੈਂ ਕਿਆ ਜਾਣੂ। ਇਹ ਬਾਬਾ, ਮੈਂ ਕਦੇ ਸੋਚਦਾ ਹੀ ਨਹੀਂ ਕਿ ਮੈਂ ਕਿਹੋ ਜਿਹੇ ਨਿਤ ਕਰਮ ਕਰੀ ਜਾ ਰਿਹਾ ਹਾਂ। ਮੈਂ ਮੰਦੇ ਪਾਸੇ ਹੀ ਲੱਗਾ ਰਹਿੰਦਾ ਹਾਂ ਜੀ। ਮੈਂ ਕਿਆ ਜਾਣੂ ਬਾਬਾ ਰੇ ਰਹਾਉ। ਤੇ ਮੈਨੂੰ ਖਿਆਲ ਹੀ ਨਹੀਂ ਆਉਂਦਾ ਜੀ। ਹਾਡ ਜਲੇ ਜੈਸੇ ਲੱਕੜੀ ਕਾ ਤੂਲਾ। ਇਹ ਬਾਬਾ, ਮੈਂ ਕਦੇ ਸੋਚਿਆ ਹੀ ਨਹੀਂ ਸੀ ਕਿ ਮੌਤ ਆਇਆ ਇਸ ਸਰੀਰ ਦੀਆਂ ਹੱਡੀਆਂ ਲੱਕੜਾਂ ਦੇ ਢੇਰ ਵਾਂਗ ਸੜ ਜਾਂਦੀਆਂ ਹਨ ਜੀ। ਕੇਸ ਜਲੇ ਜੈਸੇ ਘਾਸ ਕਾ ਪੂਲਾ। ਤੇ ਇਹ ਇਸ ਦੇ ਕੇਸ ਘਾਹ ਦੇ ਪੂਲੇ ਵਾਂਗ ਸੜ ਜਾਂਦੇ ਹਨ। ਤੇ ਜਿਸ ਸਰੀਰ ਦਾ ਮਗਰੋਂ ਇਹ ਹਾਲ ਹੁੰਦਾ ਹੈ ਉਸੇ ਉੱਤੇ ਮੈਂ ਸਾਰੀ ਉਮਰ ਮਾਣ ਕਰਦਾ ਰਹਿੰਦਾ ਹਾਂ ਜੀ। ਕਹੋ ਕਬੀਰ ਤਬ ਹੀ ਨਰ ਜਾਗੈ। ਪਰ ਹੇ ਕਬੀਰ, ਸੱਚ ਇਹ ਹੈ ਕਿ ਮਨੁੱਖ ਇਸ ਮੂਰਖਤਾ ਵੱਲੋਂ ਤਦੋਂ ਹੀ ਜਾਗਦਾ ਹੈ, ਤਦੋਂ ਹੀ ਪਛਤਾਉਂਦਾ ਹੈ ਜੀ। ਹੁਣ ਅਖੀਰਲੀ ਪੰਕਤੀ ਵਿੱਚ ਬਖਸ਼ਿਸ਼ ਕਰਦੇ ਨੇ ਜੀ। ਜਮ ਕਾ ਡੰਡ ਮੂੰਡ ਮਹਿ ਲਾਗੈ। ਜਦੋਂ ਮੌਤ ਦਾ ਡੰਡਾ ਇਸ ਦੇ ਸਿਰ ਉੱਤੇ ਆ ਵੱਜਦਾ ਹੈ ਜੀ। ਲਓ ਜੀ, ਇੱਥੋਂ ਤੱਕ ਇਹ ਸ਼ਬਦ ਦੀਆਂ ਵਿਚਾਰਾਂ ਸਨ। ਅਰਥ ਸੀ ਜੀ, ਆਪਣੇ ਕਰਮ ਕੀ ਗਤ ਮੈਂ ਕਿਆ ਜਾਣੂ, ਮੈਂ ਕਿਆ ਜਾਣੂ ਬਾਬਾ ਰੇ। ਸੋ ਅੱਜ ਦੇ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਹੁੰਦੀ ਹੈ ਜੀ। ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ।